ਵੱਜਣ ਵਾਲੇ ਨੇ ਦੀਪ ਸਿੱਧੂ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਸਿੰਘੂ ਬਾਰਡਰ ਤੇ। ਲੱਗਦਾ ਸਿੱਧੂ ਤੁਹਾਨੂੰ ਨੀਂਦ ਨਹੀਂ ਆਉਂਦੀ, ਹਾਲੇ ਤੱਕ ਵੀ ਇੱਥੇ ਰਾਤ ਵੇਲੇ ਗੇੜਾ ਮਾਰਨ ਆਏ ਹੋਏ ਹੋ। ਇੱਕ ਨਾ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਸ਼ਬਦ ਲਿਖੇ ਸੀ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਪੈਂਦੇ, ਨਿਉ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪਈ ਪੈਂਦੇ। ਸੋ ਉਹ ਖਿੱਚ ਹੁਣ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਸੀਨੇ 'ਚ ਜਿਹੜੀ ਖਿੱਚ ਆ ਨਾ, ਹੁਣ ਉਹ ਸਾਡੇ ਵਿਰਸੇ ਦੀ ਜਿਹੜੀ ਸਾਨੂੰ ਅੰਦਰ ਜਗਾਇਆ, ਤੇ ਹੁਣ ਸਾਨੂੰ ਨੀਂਦਾਂ ਨਹੀਂ ਆਉਣੀਆਂ। ਹੁਣ ਤਾਂ ਅਸੀਂ ਬਹੁਤ ਕੁਝ ਕਰਨਾ, ਹਜੇ ਬੜੀਆਂ ਲੜਾਈਆਂ ਲੜਨੀਆਂ। ਸਬੱਬ ਕਿਵੇਂ ਬਣ ਗਿਆ ਕਿੱਧਰ ਨੂੰ ਗੇੜਾ ਮਾਰਨਾ? ਨਵਾਂ ਸਾਲ ਚੜਿਆ ਹੋਇਆ, ਇੱਕ ਰਾਉਂਡ ਲਾਉਣ ਆਏ ਸੀ ਜਾਂ ਫਿਰ ਵੈਸੇ ਹੀ ਦਿਲ ਕੀਤਾ ਕਿ ਵੇਖ ਕੇ ਆਵਾਂ ਕਿ ਕਿਹੜੇ ਕਿਹੜੇ ਕਿਸਾਨ ਕਿੱਦਾਂ ਕਿੱਦਾਂ ਪਏ ਹੋਏ? ਕਿੱਦਾਂ ਦਿਲ ਕੀਤਾ ਇੱਥੇ ਆਉਣ ਦਾ? ਮੈਂ ਰੋਜ਼ ਹੀ ਆਉਣਾ ਵੈਸੇ, ਪਰ ਅੱਜ ਆਏ ਆ ਵੀ ਇੱਧਰ ਨੂੰ ਆ ਗਿਆ ਹਨਾ। ਪਰ ਮੈਂ ਰੋਜ਼ ਇੱਥੇ ਸਾਡੇ ਜਿਹੜੇ ਨਿਹੰਗ ਸਿੰਘ ਬਾਬਾ ਜੀ ਆ ਉਹਨਾਂ ਕੋਲੇ ਆਉਣਾ ਤੇ ਸਾਡੀਆਂ ਫੌਜਾਂ ਨੂੰ ਮਿਲਦਾ, ਕਿਉਂਕਿ ਉਹਨਾਂ ਦੀ ਰਹਿਣੀ ਸਹਿਣੀ ਮੈਨੂੰ ਬੜੀ ਪ੍ਰਭਾਵਿਤ ਕਰਦੀ ਆ, ਉਹ ਬੜੀ ਫੈਸੀਨੇਟਿੰਗ ਆ। ਤੇ ਜਿਵੇਂ ਉਹ ਗੱਲਾਂ ਕਰਦੇ ਆ ਔਰ ਜੋ ਉਹਨਾਂ 'ਚ ਨਿਡਰਤਾ, ਨਿਰਭਉ ਤੇ ਨਿਰਵੈਰ ਇੱਕ ਕਿਰਦਾਰ ਆ, ਜੋ ਅਸਲ ਸਾਡਾ ਕਿਰਦਾਰ ਹੋਣਾ ਚਾਹੀਦਾ ਹਨਾ। ਉਹਨਾਂ ਨੇ ਲਿਟਰਲੀ ਇਹ ਗੱਲਾਂ ਕਹੀਆਂ ਵੀ ਸਾਨੂੰ ਹੁਕਮ ਤਾਂ ਕਰਨ, ਅਸੀਂ ਤਾਂ ਦਿੱਲੀ ਜਿੱਤ ਲਾਂਗੇ ਹਨਾ। ਤੇ ਉਹ ਇਹ ਗੱਲਾਂ ਕਹਿੰਦੇ ਆ ਵੀ ਅਸੀਂ ਕਿਸੇ ਦੇ ਅਧੀਨ ਨਹੀਂ ਆ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਉਹਨਾਂ ਤੋਂ ਹੁਕਮ ਲੈ ਕੇ ਚੱਲਦੇ ਆ ਤੇ ਉਸ ਹੁਕਮ ਦਾ ਹੀ ਅਸੀਂ ਪਾਲਣਾ ਕਰਦੇ ਆ ਹਨਾ। ਤੇ ਜੋ ਉਹਨਾਂ 'ਚ ਇੱਕ ਸੋਵਰਨਿਟੀ ਜਾਂ ਇੱਕ ਸੋਵਰਨ ਅੰਦਰ ਉਹਨਾਂ ਦੇ ਜੀਵਨ ਜਿਉਣ ਦੀ ਜਾਂਚ ਆ, ਉਹ ਬੜੀ ਬਾਕਮਾਲ ਆ ਤੇ ਮੈਨੂੰ ਪ੍ਰਭਾਵਿਤ ਕਰਦੀ ਆ ਉਹ। ਜੀ ਬਿਲਕੁਲ, ਤੁਸੀਂ ਵੀ ਆਏ ਹੋ, ਆਪਾਂ ਦੇਖ ਵੀ ਰਹੇ, ਆਲੇ ਦੁਆਲੇ ਵੀ ਦੇਖ ਲਓ, ਹਾਲੇ ਤੱਕ ਵੀ ਸਾਰੇ ਜਾਗ ਰਹੇ ਨੇ, ਕਿਸੇ ਨੂੰ ਕੋਈ ਇਹ ਨਹੀਂ ਕਿ ਫਿਕਰ ਵੀ ਨਹੀਂ ਸੌਣ ਦਾ ਕਿ ਸੌਣਾ ਵੀ ਹੈ ਹਨਾ। ਅੰਦੋਲਨ ਬੜਾ ਸਿਖਰਾਂ ਤੇ ਪਹੁੰਚ ਚੁੱਕਾ ਆ। ਕੀ ਲੱਗਦਾ ਕਿ ਹੁਣ ਕੇਂਦਰ ਥੋੜਾ ਜਿਹਾ ਝੁਕੀ ਜ਼ਰੂਰ ਹੈ, ਦੋ ਮੰਗਾਂ ਤਾਂ ਮੰਨੀ ਹੋਈ ਹੈ ਕਿ ਅਸੀਂ ਇਹ ਪ੍ਰਵਾਨ ਕਰਦੇ, ਪਰ ਉਹ ਜਾਇਜ਼ ਨਹੀਂ ਲੱਗਦੀਆਂ। ਪਰਾਲੀ ਔਰ ਬਿਜਲੀ ਦਾ ਮੁੱਦਾ ਸਾਡੇ ਲਈ ਕੋਈ ਇੰਨਾ ਉਹ ਮਾਇਨੇ ਨਹੀਂ ਹੈ ਜਿੰਨਾ ਸਾਨੂੰ ਤਿੰਨ ਖੇਤੀ ਕਾਨੂੰਨਾਂ ਲਈ ਸਾਰੇ ਬੈਠੇ ਹੋਏ ਆ। ਨਹੀਂ ਮਾਇਨੇ ਤਾਂ ਹੈ, ਪਰ ਆਏ ਆ ਵੀ ਪੋਲੀਟੀਕਲ ਡਿਪਲੋਮੈਸੀ ਨੂੰ ਵੀ ਸਮਝੀਏ। ਇਹ ਸਰਕਾਰ ਦੀ ਪੋਲੀਟੀਕਲ ਡਿਪਲੋਮੈਸੀ ਆ। ਉਹਨਾਂ ਨੇ ਅੱਛਾ ਇਹ ਮੰਗਾਂ ਵੀ ਅਸੀਂ ਮੰਨਦੇ ਆ, ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਏਜੰਡਾ ਦੇਖੋ ਕਿਵੇਂ ਉਹਨਾਂ ਨੇ ਪ੍ਰਮੋਟ ਕੀਤਾ ਟੀਵੀ ਚੈਨਲਸ ਦੇ ਥਰੂ। ਕਿਉਂ ਉਹ ਇਸ ਕਰਕੇ ਕਰ ਰਹੇ ਆ, ਉਹਨਾਂ ਨੇ ਇਹ ਪ੍ਰਮੋਸ਼ਨ ਪਲਾਨਡ ਸੀ ਵੀ ਅਸੀਂ ਲੋਕਾਂ ਨੂੰ ਵੱਡੇ ਤੌਰ ਤੇ ਆਪਦੇ ਵੱਲ ਕਰਾਂਗੇ ਵੀ ਦੇਖੋ ਸਰਕਾਰ ਤਾਂ ਕਿੰਨੀ ਦਿਆਲੂ ਹੋ ਰਹੀ ਆ, ਸਰਕਾਰ ਕਿੰਨੀਆਂ ਗੱਲਾਂ ਸਮਝ ਰਹੀ ਆ ਹਨਾ। ਸਰਕਾਰ ਤਾਂ ਹੁਣ ਕਿਸਾਨਾਂ ਨੂੰ ਲਿਟਰਲੀ 50% ਜਾਂ 60% ਮੰਗਾਂ ਹੀ ਦੇਤੀਆਂ ਉਹਨਾਂ ਦੀਆਂ, ਜਦੋਂ ਕਿ ਸਾਡੀਆਂ ਇਹ ਮੰਗਾਂ ਹੀ ਨਹੀਂ ਸੀ। ਅਸਲ ਗੱਲ ਤਾਂ ਸਾਡੀ ਜੋ ਨਵੇਂ ਖੇਤੀਬਾੜੀ ਕਾਨੂੰਨ ਆ ਉਹ ਆ ਨਾ, ਸਾਡੀ ਲੜਾਈ ਉਸੇ ਖਾਤਰ ਆਏ ਆ ਨਾ ਅਸੀਂ। ਸੋ ਹੁਣ ਤੁਸੀਂ 4 ਤਰੀਕ ਨੂੰ ਵੀ ਰੁੱਖ ਦੇਖਿਓ, ਤੁਹਾਡੇ ਸਾਹਮਣੇ ਆ ਜਾਊਗਾ 4 ਤਰੀਕ ਨੂੰ ਜਦੋਂ ਮੀਟਿੰਗ ਹੋਣੀ ਆ, ਉਸ ਗੱਲ ਤੇ ਆ ਕੇ ਉਹਨਾਂ ਨੇ ਫੇਰ ਉਹੀ ਗੱਲਾਂ ਕਹਿਣੀਆਂ, ਇਹ ਤਾਂ ਰਿਫਾਰਮਸ ਜ਼ਰੂਰੀ ਆ, ਇਹ ਤਾਂ ਕਿਸਾਨਾਂ ਦੇ ਭਲੇ ਖਾਤਰ ਆ। ਬਿਲਕੁਲ, ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਲਾਈਵ ਹੁੰਦੇ ਨੇ, ਇੱਕੋ ਉਹਨਾਂ ਦਾ ਰਾਗ ਆ ਇਹ ਜੋ ਹਿੰਦੀ 'ਚ ਬੋਲਦੇ ਨੇ ਕਿ ਇਹ ਕਾਨੂੰਨ ਫਾयदेमंद है, हम किसान भाइयों के लिए सोचते हैं। ਇੱਕੋ ਹੀ ਫਿਰ ਉਸ ਤੋਂ ਬਾਅਦ ਤੋਮਰ ਲਾਈਵ ਹੁੰਦੇ ਨੇ, ਉਹ ਵੀ ਸੇਮ ਇਹੀ ਗੱਲ, ਇੱਕੋ ਰੱਟਾ ਇਹਨਾਂ ਦਾ ਰੱਟਿਆ ਰਟਾਇਆ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ, ਇੰਨੀ ਕੜਾਕੇ ਦੀ ਠੰਡ ਹੈ, ਸਾਡੇ ਕਿਸਾਨ ਬਜ਼ੁਰਗ ਬਾਬੇ ਸਭ ਬੈਠੇ ਹੋਏ ਨੇ, ਸਾਰੇ ਅਗਵਾਈ ਕਰ ਰਹੇ ਨੇ ਇਸ ਧਰਨੇ ਦੀ। ਇਹਨਾਂ ਨੂੰ ਕਦੋਂ ਸਮਝ ਆਏਗਾ? ਦੇਖੋ ਗੱਲ ਆਏ ਆ, ਇਹ ਇਹਨਾਂ ਦਾ ਪੋਲੀਟੀਕਲ ਏਜੰਡਾ ਐਂਡ ਇਹਨਾਂ ਦਾ ਇਕਨੋਮਿਕਲ ਏਜੰਡਾ ਵੀ ਆ, ਇਹ ਦੋ ਰਲੀਆਂ ਗੱਲਾਂ ਹੁਣ ਹਨਾ। ਪੋਲੀਟੀਕਲ ਏਜੰਡਾ ਜਿਹੜਾ ਉਹ ਵੀ ਚਾਹੁੰਦਾ ਵੀ ਇਹ ਕਾਨੂੰਨ ਅਸੀਂ ਲਾਗੂ ਕਰੀਏ, ਇਕਨੋਮਿਕ ਏਜੰਡਾ ਵੀ ਚਾਹੁੰਦਾ, ਕਿਉਂਕਿ ਜਿਹੜੀਆਂ ਕਾਰਪੋਰੇਟ ਕੰਪਨੀਆਂ ਆ ਉਹ ਅੱਜ ਦੀ ਡੇਟ 'ਚ ਉਹਨਾਂ ਕੋਲੇ ਸਰਕਾਰ ਨਾਲੋਂ ਵੀ ਜ਼ਿਆਦਾ ਪੈਸਾ, ਸਰਕਾਰ ਲਿਟਰਲੀ ਇਜ਼ ਸਟਰਗਲਿੰਗ ਵਿਦ ਫੰਡਸ। ਸਾਨੂੰ ਪਤਾ ਸਾਡੀ GDP ਕਿੱਥੇ ਆ ਹਨਾ, GDP -20, 23, 25 ਤੇ ਆ। ਇਕੋਨਮੀ ਇਜ਼ ਆਲਸੋ ਨਾਟ ਡੂਇੰਗ ਦੈਟ ਗ੍ਰੇਟ, ਇੰਡੀਅਨ ਇਕੋਨਮੀ। ਤਾਂ ਉਹ ਇਸੇ ਕਰਕੇ ਖੜੀ ਆ, ਹਜੇ ਸਾਡੀਆਂ ਮਾਰਕੀਟਸ ਖੜੀਆਂ ਜਿਹੜੀਆਂ NSE BSE ਆ, ਕਿਉਂਕਿ ਉੱਥੇ ਕਾਰਪੋਰੇਟ ਇਨਵੈਸਟਮੈਂਟ ਆ, ਮਾਰਕੀਟ ਸ਼ੇਅਰ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਆ ਉਹਨਾਂ ਦਾ ਬਹੁਤ ਜ਼ਿਆਦਾ ਉੱਥੇ। ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ ਇਹਨਾਂ ਨੇ ਇਹ ਐਗਰੀਕਲਚਰ ਸੈਕਟਰ 'ਚ ਕਾਰਪੋਰੇਟ ਕੰਪਨੀਆਂ ਨੂੰ ਲੈ ਕੇ ਆਏ, ਕਿਉਂਕਿ ਰਿਟੇਲ ਨੂੰ ਕੰਟਰੋਲ ਕਰਨਾ। ਸੋ ਪ੍ਰੋਡਿਊਸ ਤੋਂ ਲੈ ਕੇ ਵਿਕਣ ਤੱਕ ਇਹਨਾਂ ਨੇ ਉਹ ਸਾਰੀ ਚੇਨ ਕੰਟਰੋਲ ਕਰਨੀ ਆ, ਤੇ ਜਿਹੜਾ ਪ੍ਰੋਡਿਊਸ ਕਰਦਾ ਉਹਨੂੰ ਕੰਟਰੋਲ ਕਰਨਾ, ਤੇ ਫਿਰ ਐਂਡ ਯੂਜ਼ਰ ਨੂੰ ਵੀ ਕੰਟਰੋਲ ਕਰਨਾ, ਤੇ ਰੇਟ ਵੀ ਕੰਟਰੋਲ ਕਰਨੇ ਆ। ਸੋ ਇਹ ਕਨਸਪੀਰੇਸੀ ਹੈ ਇੱਕ ਜਿਹਨੂੰ ਪ੍ਰਮੋਟ ਕਰ ਰਹੇ ਆ, ਤਾਂ ਕਰਕੇ ਤੋਂ ਪਿੱਛੇ ਨਹੀਂ ਹਟ ਰਹੇ। ਮਤਲਬ ਅਬਾਨੀਆਂ ਤੇ ਅਡਾਨੀਆਂ ਦੀ ਹੀ ਸੋਚਣੀ ਹੈ, ਇਹ ਸਾਡੀ ਨਹੀਂ ਸੋਚ ਪਾਣੀ। ਨਹੀਂ, ਕਾਮਨ ਮੈਨ ਦੀ ਕਦੇ ਨਹੀਂ ਸੋਚਦੇ ਹੁੰਦੇ। ਤੁਸੀਂ ਇਹ ਦੇਖੋ, ਜੇ ਸਾਡੇ ਤੇ ਟੈਕਸ ਵਧਾਉਣਗੇ ਜਾਂ ਸਾਡੇ ਤੇ ਕੋਈ ਮਲਟੀਪਲ ਜਿਹੜਾ ਟੈਕਸੇਸ਼ਨ ਰਿਜਿਮ ਜਿਹਨੂੰ ਕਹਿੰਦੇ ਆ, ਜਾਂ ਇਨਡਾਇਰੈਕਟ ਟੈਕਸਸ ਲਾਉਂਦੇ ਆ, ਉਹ ਵੀ ਸਾਡੀ ਜੇਬ ਚੋਂ ਹੀ ਕੱਢਦੇ ਆ ਹਨਾ। ਇਸੇ ਤਰ੍ਹਾਂ ਪਹਿਲਾਂ ਇਹ ਹੈਲਥ 'ਚ ਵੀ ਆਏ,
ਐਜੂਕੇਸ਼ਨ 'ਚ ਵੀ ਆਏ, ਇਨਫਰਾਸਟ੍ਰਕਚਰ 'ਚ ਵੀ ਆਏ। ਹੁਣ ਤਾਂ ਸਾਡੇ ਰੇਲਵੇ ਸਟੇਸ਼ਨ ਤੋਂ, ਸਾਡੇ 에ਅਰਪੋਰਟਸ ਤੋਂ ਸਭ ਕੁਝ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ। ਹੁਣ ਐਗਰੀਕਲਚਰ ਸੈਕਟਰ 'ਚ ਵੀ ਆ ਗਏ। ਤਾਂ ਇਹ ਤਾਂ ਇੱਕ ਕੈਪੀਟਲਿਸਟਿਕ, ਜਿਹਨੂੰ ਪੂੰਜੀਵਾਦ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਤੁਸੀਂ ਜੋ ਇਕਨੋਮਿਕ ਪਾਲਿਸੀਜ਼ ਲੈ ਕੇ ਆਉਣੀਆਂ ਜਮ ਲੈ ਕੇ ਆਓ, ਪਰ ਸਾਡਾ ਆਟੋਨਮਸ ਸਟਰਕਚਰ ਆ ਜਿਹੜਾ ਕਿਸਾਨੀ ਦਾ ਹੈ ਨਾ, ਜਿੱਥੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਮਾਲਕ ਅਸੀਂ ਆ, ਇਹਨਾਂ ਜ਼ਮੀਨਾਂ ਖਾਤਰ ਸਾਡੇ ਜਿਹੜੇ ਗੁਰੂ ਸਾਹਿਬਾਨਾਂ ਨੇ, ਸਾਡੇ ਸ਼ਹੀਦਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ। ਸਾਡੇ ਫਲਸਫਿਆਂ ਦੀ, ਸਾਡੇ ਇਤਿਹਾਸ ਦੀ ਉਹਨਾਂ ਨੇ ਬੜੀ ਵੱਡੀ ਜਿਹੜੀ ਕਹਿੰਦੇ ਆ ਵੀ ਕੀਮਤਾਂ ਦੇ ਕੇ ਸਾਡੇ ਲਈ ਇਹ ਜ਼ਿੰਦਗੀਆਂ ਜਾਂ ਇਹੋ ਜਿਹੇ ਕਦਰਾਂ ਕੀਮਤਾਂ ਪੈਦਾ ਕੀਤੀਆਂ। ਅਸੀਂ ਉਹਨਾਂ ਨੂੰ ਕਿਵੇਂ ਗਵਾ ਲਾਂਗੇ? ਸਾਡਾ ਐਗਜ਼ਿਸਟੈਂਸ ਕ੍ਰਾਈਸਿਸ ਬਣ ਗਿਆ, ਹੋਂਦ ਦੀ ਲੜਾਈ ਬਣ ਗਈ ਆ। ਜਦੋਂ ਹੋਂਦ ਦੀ ਲੜਾਈ ਆ, ਫਿਰ ਉਸ ਤੋਂ ਬਾਅਦ ਅਸੀਂ ਟਿਕ ਕੇ ਨਹੀਂ ਬੈਠ ਸਕਦੇ, ਘਰਾਂ 'ਚ ਤੇ ਸ਼ਹਿਰਾਂ 'ਚ ਨਹੀਂ ਬੈਠ ਸਕਦੇ। ਫਿਰ ਤਾਂ ਅਸੀਂ ਧਰਨਿਆਂ ਮੋਰਚਿਆਂ 'ਚ ਹੀ ਮਿਲਾਂਗੇ ਤੁਹਾਨੂੰ। ਬਿਲਕੁਲ ਦੀਪ, ਜੇਕਰ ਅੱਜ ਦੀ ਗੱਲ ਕਰ ਲੈਣੇ, ਸ਼ਾਹਜਹਾਂ ਤੋਂ ਇੱਧਰ ਕਿਸਾਨ ਆ ਰਹੇ ਸੀ, ਉਹਨਾਂ ਨੂੰ ਫਿਰ ਰੋਕਣ ਦੀ ਕੋਸ਼ਿਸ਼ ਕੀਤੀ, ਕਿੰਨੇ ਬੈਰੀਕੇਡ ਲਗਾਏ ਗਏ, ਸਾਰੇ ਉੱਥੇ ਪਹੁੰਚੇ ਹੋਏ ਸੀ, ਲੱਖਾ ਸਦਾਣਾ ਹੋਣੀ ਸਾਰੇ ਉੱਥੇ ਮੌਜੂਦ ਸੀ। ਅੱਜ ਵੀ ਉਹ ਤਸਵੀਰ ਸਾਹਮਣੇ ਆਉਂਦੀ ਹੈ ਸਾਨੂੰ। ਹਰਿਆਣੇ ਵਾਲਾ ਜਦੋਂ ਆਪਾਂ ਪਾਰ ਕਰਕੇ ਆਏ ਸਾਰੇ ਜਾਣੇ, ਬੈਰੀਕੇਡਿੰਗ ਕਿਦਾਂ ਕੀਤੀ ਗਈ ਸੀ ਉਹ ਵੀ ਯਾਦ ਆਉਂਦਾ। ਇਹ ਹਾਲੇ ਵੀ ਕਿਉਂ ਅੜਚਣਾਂ ਲਗਾਈਆਂ ਜਾ ਰਹੀਆਂ ਨੇ? ਹੁਣ ਤਾਂ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ। ਦੇਖੋ ਗੱਲ ਆਏ ਆ, ਪ੍ਰਦਰਸ਼ਨ ਸ਼ਾਂਤਮਈ ਆ, ਇਸੇ ਤੋਂ ਹੀ ਡਰ ਰਹੇ ਆ। ਉਹ ਤਾਂ ਚਾਹੁੰਦੇ ਆ ਵੀ ਅਸੀਂ ਕੋਈ ਨਾ ਕੋਈ ਹਰਕਤ ਕਰੀਏ ਤੇ ਉਹਨੂੰ ਉਹ ਜਸਟੀਫਾਈ ਕਰਨ ਇਹ ਕਹਿ ਕੇ ਵੀ ਅਸੀਂ ਤਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਸੀ, ਹੈਨਾ, ਅਸੀਂ ਤਾਂ ਇੱਕ ਜਿਹੜੀ ਅਮਨ ਅਮਾਨ ਨੂੰ ਬਹਾਲ ਕਰਨਾ ਸੀ, ਔਰ ਇਹ ਬੰਦਿਆਂ ਨੇ ਗੜਬੜ ਕੀਤੀ। ਸੋ ਸ਼ਾਂਤਮਈ ਪ੍ਰਦਰਸ਼ਨ 'ਚ ਇਹ ਵੀ ਹੋ ਰਿਹਾ ਵੀ ਜਿਹੜਾ ਅਸੀਂ ਨੈਰੇਟਿਵ ਜਾਂ ਬਿਰਤਾਂਤ ਸਿਰਜ ਰਹੇ ਆ ਨਾ, ਉਹ ਤੋਂ ਡਰ ਲੱਗ ਰਿਹਾ ਹੁਣ ਉਹਨਾਂ ਨੂੰ, ਕਿਉਂਕਿ ਉਹ ਬਿਰਤਾਂਤ ਆ ਜਿਹੜਾ ਉਹ ਦੁਨੀਆ ਦੇ ਸਾਹਮਣੇ ਉਹਨਾਂ ਦੀ ਅਸਲ ਜਿਹੜੀ ਤਸਵੀਰ ਆ ਉਹ ਪੇਸ਼ ਕਰ ਰਿਹਾ। ਹੁਣ ਅਸਲ ਤਸਵੀਰ ਜਦੋਂ ਪੇਸ਼ ਹੁੰਦੀ ਆ, ਜਿਹੜੀ ਅੱਜ ਤੱਕ ਹੋਈ ਨਹੀਂ ਸੀ, ਕਿਉਂਕਿ ਅਸੀਂ ਆਪਦੀ ਪੇਸ਼ੈਂਸ ਲੂਜ਼ ਕਰ ਜਾਂਦੇ ਸੀ, ਅਸੀਂ ਜਾਬਤੇ 'ਚ ਨਹੀਂ ਰਹਿੰਦੇ ਸੀ, ਤੇ ਹੁਣ ਜਦੋਂ ਅਸਲ ਤਸਵੀਰ ਅਸੀਂ ਪੇਸ਼ ਕਰ ਰਹੇ ਹਾਂ, ਉਹਦੇ ਤੋਂ ਤਾਂ ਫਿਰ ਸਰਕਾਰਾਂ ਨੇ ਡਰਨਾ ਹੀ ਡਰਨਾ। ਜੀ ਦੀਪ, ਇੱਕ ਆਖਰੀ ਸਵਾਲ ਹੋਏਗਾ, ਬੁਰਾ ਨਾ ਮਨਾਇਓ, ਸਵਾਲ ਇਹ ਹੈ ਕਿ ਅਸੀਂ ਵੀ ਤੁਹਾਡੇ ਨਾਲ ਗੱਲ ਕਰਦੇ ਆ, ਸਾਰਾ ਮੀਡੀਆ ਤੁਹਾਡੇ ਨਾਲ ਗੱਲ ਕਰਦਾ, ਕਿਸਾਨ ਤੁਹਾਨੂੰ ਬਹੁਤ ਪਸੰਦ ਕਰਦੇ, ਜਿੰਨਾ ਯੂਥ ਤੁਹਾਨੂੰ ਪਸੰਦ ਕਰਦਾ, ਪਰ ਕੁਝ ਲੋਕ ਆ ਦੀਪ ਤੇ ਸਵਾਲ ਕਿਉਂ ਉਠਾਉਂਦੇ ਨੇ ਕਿ ਹਾਂ ਇਹ ਸਾਡਾ ਬੰਦਾ ਨਹੀਂ ਹੈ, ਇਹ ਦੂਸਰੇ ਪਾਰਟੀ ਦਾ ਬੰਦਾ ਹੈ, ਤੁਹਾਡੇ ਤੇ ਇਹ ਕਿਉਂ ਉਂਗਲਾਂ ਉੱਠਦੀਆਂ ਨੇ? ਦੇਖੋ ਇਹ ਜਿਹੜਾ ਮੇਰੇ ਤੇ ਕਹਿੰਦੇ ਆ ਵੀ ਇਹ ਤਾਂ ਆਰਐਸਐਸ ਦਾ ਬੰਦਾ ਹਨਾ, ਉਹ ਗੱਲ ਆਏ ਆ ਵੀ ਮੈਂ ਇੱਕ ਗੱਲ ਇਹ ਕਹਿਣਾ ਵੀ ਇਹ ਤਾਂ ਪਹਿਲਾਂ ਨਾ ਇਹ ਤੌਮਤ ਹੀ ਲਾਉਣੀ ਹੁੰਦੀ ਆ, ਇਹਦੇ ਆਧਾਰ ਕੁਛ ਨਹੀਂ ਹੁੰਦਾ, ਆਧਾਰ ਕੁਛ ਨਹੀਂ ਹੁੰਦਾ, ਇਹ ਗੱਲ ਹੀ ਕਹਿਣੀ ਹੁੰਦੀ ਆ। ਅੱਛਾ ਹੁਣ ਅਗਲਾ ਸਰਟੀਫਿਕੇਟ ਕਿਵੇਂ ਦੇਵੇ ਇਸ ਗੱਲ ਦਾ ਵੀ ਮੈਂ ਨਹੀਂ ਆ, ਯੂ ਅੰਡਰਸਟੈਂਡ। ਪਰ ਜਿਹੜੇ ਸਿਆਣੇ ਬੰਦੇ ਆ ਉਹ ਇਹ ਸੋਚਣਗੇ ਵੀ ਜਿਹੜਾ ਬੰਦਾ ਪਿਛਲੇ 3-4 ਮਹੀਨਿਆਂ ਤੋਂ ਲਿਟਰਲੀ ਤੁਹਾਡਾ ਨੈਰੇਟਿਵ ਥਰੋ ਕਰ ਰਿਹਾ, ਪੰਜਾਬ ਦਾ ਨਿਰੋਲ ਨੈਰੇਟਿਵ ਥਰੋ ਕਰ ਰਿਹਾ, ਸਿੱਖ ਵਿਚਾਰਧਾਰਾ ਥਰੋ ਕਰ ਰਿਹਾ, ਜਾਂ ਗੁਰੂ ਸਾਹਿਬਾਨਾਂ ਦੇ ਜਿਹੜਾ ਫਲਸਫਾ ਉਹਦੀ ਗੱਲ ਕਰ ਰਿਹਾ ਹਨਾ, ਫਿਰ ਉਹਦਾ ਸਬੰਧ ਉਹੇ ਜੀ ਜਿਹੜੀ ਵਿਪਰਵਾਦ ਆ ਜਾਂ ਵਿਪਰਵਾਦ ਨੂੰ ਪ੍ਰਮੋਟ ਕਰਦੀ ਆ, ਉਹ ਤਾਂ ਗੁਰਮਤ ਤੇ ਵਿਪਰਵਾਦ ਤਾਂ ਦੋਨੇ ਆਏ ਆ, ਇੱਕ ਦੂਜੇ ਦੇ ਉਲਟ ਆ, ਉਹਨਾਂ ਦਾ ਕੋਈ ਮੇਲ ਹੀ ਹੈ ਨਹੀਂ, ਹੈਨਾ। ਸੋ ਉਹ ਬੰਦਾ ਉੱਥੇ ਕਿਵੇਂ, ਉਹਦਾ ਸਬੰਧ ਕਿਵੇਂ ਹੋ ਸਕਦਾ? ਇਹ ਗੱਲ ਤਾਂ ਸੋਚਣੀ ਨਹੀਂ ਕਿਸੇ ਨੇ। ਤੁਸੀਂ ਦੇਖੋ ਅੱਧੀ ਰਾਤ ਦੀਪ ਬੈਠੇ ਹੋਏ ਨੇ, ਜੇਕਰ ਇਹ ਜਿਨ੍ਹਾਂ ਤੇ ਜਿਹੜੇ ਇਲਜ਼ਾਮ ਲਗਾਉਣ ਵਾਲੇ, ਉਂਗਲਾਂ ਉਠਾਉਣ ਵਾਲੇ, ਇੱਕ ਵਾਰ ਇਹਨਾਂ ਨੂੰ ਆ ਕੇ ਮਿਲ ਕੇ ਤਾਂ ਦੇਖੋ ਨਾ। ਮੈਂ ਚਾਹਨੀ ਆ ਦੀਪ ਤੁਹਾਡੇ ਨਾਲ ਕੋਈ ਗੱਲ ਤਾਂ ਕਰਕੇ ਆ ਕੇ ਦੇਖੇ ਕਿ ਸਾਰੇ ਤੁਹਾਡੇ ਨਾਲ ਗੱਲ ਕਰਦੇ, ਤੁਸੀਂ ਕੀ ਬਾਤਾਂ ਨੇ ਕਿਸਾਨਾਂ ਦੇ ਹੱਕ 'ਚ ਸ਼ੁਰੂ ਤੋਂ ਆਵਾਜ਼। ਰਾਤ ਦੇ 2:30 ਵਜੇ ਨੇ, ਇਹ ਆਰਐਸਐਸ ਦਾ ਬੰਦਾ ਤਾਂ ਕਿ ਤੁਹਾਨੂੰ ਕੋਈ ਕਹੇਗਾ ਨਹੀਂ ਕਿ ਹਾਂਜੀ ਮੈਂ ਤੁਹਾਡੇ ਆ ਕੇ ਵਿੱਚ ਗੇੜੇ ਕੱਢਦਾ ਆ, ਗੇੜੇ ਮਾਰਦਾ ਆ। ਇਹ ਤੁਸੀਂ ਆਏ ਹੋ ਤੇ ਇਹ ਕਦ ਤੱਕ ਇਦਾਂ ਹੀ ਇਲਜ਼ਾਮ ਉੱਠਣਗੇ, ਕਦ ਤੱਕ ਅਸੀਂ ਲੋਕਾਂ ਦੇ ਮੂੰਹ ਬੰਦ ਕਰਾਂਗੇ? ਦੇਖੋ ਇਲਜ਼ਾਮ ਤਾਂ ਉੱਠਦੇ ਹੀ ਰਹਿਣੇ ਆ, ਹਨਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਾਂਗਰਸ ਦਾ ਬੰਦਾ ਕਹਿੰਦੇ ਹੁੰਦੇ ਸੀ। ਇਸੇ ਤਰ੍ਹਾਂ ਜੇ ਅਸੀਂ ਹੁਣ ਜਿਨ੍ਹਾਂ ਤੋਂ ਪ੍ਰੇਰਿਤ ਹੁੰਨੇ ਆ, ਗੁਰੂ ਨਾਨਕ ਸਾਹਿਬ ਨੂੰ ਭੂਤਨਾ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਬੇਤਾਲਾ, ਹਨਾ, ਇਹ ਗੱਲਾਂ ਕਹਿੰਦੇ ਹੁੰਦੇ ਸੀ। ਸੋ ਜੇ ਸਾਡੀਆਂ ਉਹਨਾਂ ਰੂਹਾਂ ਤੇ, ਉਹਨਾਂ ਰਹਿਬਰਾਂ ਤੇ ਇਲਜ਼ਾਮ ਲੱਗੇ ਆ, ਮੈਂ ਤਾਂ ਹੈ ਹੀ ਕੀ ਚੀਜ਼, ਉਹਨਾਂ ਦੇ ਪੈਰ ਵਰਗਾ ਵੀ ਨਹੀਂ। ਪਰ ਇਹ ਆ ਵੀ ਸਮਾਂ ਨਾ ਜਿਹੜਾ ਉਹ ਬੜਾ ਬਲਵਾਨ ਹੁੰਦਾ, ਸਮਾਂ ਸਭ ਕੁਝ ਦੱਸ ਜਾਂਦਾ। ਇਹਦੇ ਤੇ ਹੁਣ ਆਪਾਂ ਜਿਵੇਂ ਕੋਈ ਗੱਲ ਕਰਨੀ ਹੋਰ ਬਣਦੀ ਹੋਈ ਨਹੀਂ। ਔਰ ਗੱਲ ਇਹ ਆ ਵੀ ਜਿਹੜੀ ਇਨਸਾਨੀ ਜਾਂ ਤੁਸੀਂ ਇਹ ਕਹਿ ਲਓ ਜਿਹੜੀ ਸਾਡੀ ਮਾਨਸਿਕਤਾ ਨਾ, ਮੈਂ ਵੀ ਜੇ ਕੱਲ ਨੂੰ ਇਹ ਗੱਲ ਕਹਿਣੀ ਸ਼ੁਰੂ ਕਰਦਾ ਵੀ ਫਲਾਨਾ ਬੰਦਾ ਤਾਂ ਆਰਐਸਐਸ ਦਾ, ਫਲਾਨਾ
ਉਹਦੇ ਬਾਰੇ ਵੀ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ। ਜਿਹੜੇ ਕੁਝ ਬੰਦੇ ਮੈਨੂੰ ਪਸੰਦ ਕਰਦੇ ਆ ਉਹਦੇ ਤੇ ਲੱਗ ਜਾਣਗੇ, ਪਰ ਮੈਂ ਕਦੇ ਵੀ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਹੁੰਦਾ ਹਨਾ। ਮੈਂ ਇਹੀ ਕਰਨਾ ਹੁੰਦਾ ਵੀ ਸਮਾਂ ਬੜਾ ਬੜਵਾ ਹਨਾ, ਤੇ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਵਾਹਿਗੁਰੂ ਉਹ ਉੱਤੇ ਬੈਠੇ ਆਪੇ ਦੇਖ ਰਹੇ ਆ ਹਨਾ। ਕਿਤੇ ਨਾ ਕਿਤੇ ਉਹਨਾਂ ਦੀ ਅਗਵਾਈ 'ਚ ਇਹ ਸਭ ਕੁਝ ਚੱਲ ਰਿਹਾ। ਉਹਨਾਂ ਨੇ ਜਿਹਨੂੰ ਜੋ ਦੇਣਾ ਉਹ ਉਹਨਾਂ ਨੇ ਬਖਸ਼ ਦੇਣਾ ਹਨਾ। ਹਰ ਕਿਸੇ ਨੂੰ ਜੋ ਬਖਸ਼ਣਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਖਸ਼ਣਾ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਕੁਝ ਬਣਨ ਦਾ, ਜਿਹੜਾ ਬਣੂਗਾ ਮਾਰ ਤਾਂ ਬਣਨ ਪੈਂਦੀ ਹੁੰਦੀ ਆ। ਤੇ ਇੱਥੇ ਤਾਂ ਹੁਣ ਇਹ ਵੀ ਉਸ ਦੀ ਅਗਵਾਈ 'ਚ ਉਹਨਾਂ ਦਾ ਭਾਣਾ ਮੰਨ ਕੇ ਬਸ ਆਪਦਾ ਕਰਮ ਕਰੋ, ਖਰਚ ਕਰਦੇ ਜਾਓ। ਜੀ ਬਿਲਕੁਲ, ਇਤਿਹਾਸ ਦਾ ਅਸੀਂ ਹਿੱਸਾ ਬਣ ਗਏ ਆ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਤਾਬਾਂ ਕਿ ਸਾਡਾ 2020 ਦੇ ਵਿੱਚ ਇੰਨਾ ਵੱਡਾ ਅੰਦੋਲਨ ਚੱਲਿਆ, ਉਹਦੇ ਵਿੱਚ ਦੀਪ ਸਿੱਧੂ ਦਾ ਨਾਮ ਵੀ ਜ਼ਰੂਰ ਹੋਵੇਗਾ, ਕਿਉਂਕਿ ਤੁਸੀਂ ਪਹਿਲੇ ਦਿਨ ਉਠਾਉਂਦੇ ਆਏ ਹੋ। ਜਿੰਨੇ ਵੀ ਭਾਈ ਕਲਾ ਹੀ ਆਇਆ, ਤੇ ਮੈਂ ਕਹਿੰਦੀ ਕਿਤਾਬਾਂ 'ਚ ਉਦੋਂ ਨਾਮ ਵੀ ਛਪਿਆ ਹੋਇਆ ਕਰੇਗਾ ਕਿ ਤੁਸੀਂ ਇੱਥੇ ਵੀ ਖੜੇ ਟਾਈਮ ਤੇ। ਨਹੀਂ ਜੀ, ਇਹ ਤਾਂ ਹੁਣ ਚਲੋ ਬੜੀ ਵੱਡੀ ਗੱਲ ਹੁੰਦੀ ਆ ਹਨਾ, ਜਦੋਂ ਇਤਿਹਾਸ 'ਚ ਉਹਨਾਂ ਪੰਨਿਆਂ 'ਚ ਤੁਹਾਡੀ ਜਗ੍ਹਾ ਬਣਦੀ ਆ ਕਿਤੇ ਨਾ ਕਿਤੇ, ਪਰ ਉਹ ਵੀ ਉਹਦੀ ਮਿਹਰ ਕਰਕੇ ਹੀ ਬਣਦੀ ਆ। ਜਦੋਂ ਉਹਦੀ ਮਿਹਰ ਨਾ ਹੋਵੇ ਨਹੀਂ ਹੁੰਦਾ। ਸੋ ਇਹੀ ਆ ਵੀ ਉਹ ਕਿਤੇ ਨਾ ਕਿਤੇ ਜੋ ਉਹਨਾਂ ਨੇ ਸੇਵਾ ਮੇਰੀ ਲਾਈ ਆ ਉਹ ਮੈਂ ਨਿਭਾਈ ਜਾਣਾ ਜੀ, ਇੰਨੀ ਕੁ ਗੱਲ ਹੀ ਆ। ਸ਼ੁਕਰੀਆ ਕਰ ਲਈ। ਸੋ ਇਸ ਨੂੰ ਸਾਡੇ ਨਾਲ ਦੀਪ ਸਿੱਧੂ। ਸੋ ਸਤਿ ਸ਼੍ਰੀ ਅਕਾਲ। ਸੋ ਦੀਪ ਸਿੱਧੂ ਹੁਣੀ ਸਾਡੇ ਨਾਲ ਸਨ, ਗੱਲਬਾਤ ਹੋਈ ਉਹਨਾਂ ਦੇ ਨਾਲ। ਇਸ ਟਾਈਮ ਰਾਤ ਦਾ ਸਮਾਂ ਹੈ, ਇੱਥੇ ਫਿਰ ਵੀ ਆਏ ਨੇ ਤੇ ਆਪਣੀ ਗੱਲ ਵੀ ਉਮੀਦ ਹੈ ਚੜ੍ਹਦੀ ਕਲਾ ਦੇ ਵਿੱਚ ਨੇ, ਤੇ ਹਮੇਸ਼ਾ ਇੱਕ ਅਰਦਾਸ ਫਿਰ ਤੋਂ ਕਰਕੇ ਗਏ ਨੇ ਜਿੱਤ ਕੇ ਅਸੀਂ ਆਵਾਂਗੇ। ਕਮਲ ਦੇ ਨਾਲ ਸੰਧੂ ਸਿੰਘੂ ਬਾਰਡਰ ਤੋਂ। ਵਜਣ ਵਾਲੇ ਨੇ ਦੀਪ ਸਿੱਧੂ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਸਿੰਘੂ ਬਾਰਡਰ ਤੇ। ਲੱਗਦਾ ਸਿੱਧੂ ਤੁਹਾਨੂੰ ਨੀਂਦ ਨਹੀਂ ਆਉਂਦੀ ਹਾਲੇ ਤੱਕ ਵੀ ਇੱਥੇ ਰਾਤ ਵੇਲੇ ਗੇੜਾ ਮਾਰਨ ਆਏ ਹੋਏ ਹੋ? ਇੱਕ ਨਾ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਸ਼ਬਦ ਲਿਖੇ ਸੀ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਪੈਂਦੇ, ਨਿਉ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪਈ ਪੈਂਦੇ। ਸੋ ਉਹ ਖਿੱਚ ਹੁਣ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਸੀਨੇ 'ਚ ਜਿਹੜੀ ਖਿੱਚ ਆ ਨਾ, ਹੁਣ ਉਹ ਸਾਡੇ ਵਿਰਸੇ ਦੀ ਜਿਹੜੀ ਸਾਨੂੰ ਅੰਦਰ ਜਗਾਇਆ, ਤੇ ਹੁਣ ਸਾਨੂੰ ਨੀਂਦਾਂ ਨਹੀਂ ਆਉਣੀਆਂ। ਹੁਣ ਤਾਂ ਅਸੀਂ ਬਹੁਤ ਕੁਝ ਕਰਨਾ, ਹਜੇ ਬੜੀਆਂ ਲੜਾਈਆਂ ਲੜਨੀਆਂ। ਸਬੱਬ ਕਿਵੇਂ ਬਣ ਗਿਆ ਕਿੱਧਰ ਨੂੰ ਗੇੜਾ ਮਾਰਨਾ? ਨਵਾਂ ਸਾਲ ਚੜਿਆ ਹੋਇਆ, ਇੱਕ ਰਾਉਂਡ ਲਾਉਣ ਆਏ ਸੀ ਜਾਂ ਫਿਰ ਵੈਸੇ ਹੀ ਦਿਲ ਕੀਤਾ ਕਿ ਵੇਖ ਕੇ ਆਵਾਂ ਕਿ ਕਿਹੜੇ ਕਿਸਾਨ ਕਿੱਦਾਂ ਪਏ ਹੋਏ? ਕਿੱਦਾਂ ਦਿਲ ਕੀਤਾ ਇੱਥੇ ਆਉਣ ਦਾ? ਮੈਂ ਰੋਜ਼ ਹੀ ਆਉਣਾ ਵੈਸੇ, ਪਰ ਅੱਜ ਆਏ ਆ ਵੀ ਇੱਧਰ ਨੂੰ ਆ ਗਿਆ ਹਨਾ। ਪਰ ਮੈਂ ਰੋਜ਼ ਇੱਥੇ ਸਾਡੇ ਜਿਹੜੇ ਨਿਹੰਗ ਸਿੰਘ ਬਾਬਾ ਜੀ ਆ ਉਹਨਾਂ ਕੋਲੇ ਆਉਣਾ ਤੇ ਸਾਡੀਆਂ ਫੌਜਾਂ ਨੂੰ ਮਿਲਦਾ, ਕਿਉਂਕਿ ਉਹਨਾਂ ਦੀ ਰਹਿਣੀ ਸਹਿਣੀ ਮੈਨੂੰ ਬੜੀ ਪ੍ਰਭਾਵਿਤ ਕਰਦੀ ਆ। ਉਹ ਬੜੀ ਫੈਸੀਨੇਟਿੰਗ ਆ, ਤੇ ਜਿਵੇਂ ਉਹ ਗੱਲਾਂ ਕਰਦੇ ਆ ਔਰ ਜੋ ਉਹਨਾਂ 'ਚ ਨਿਡਰਤਾ, ਨਿਰਭਉ ਤੇ ਨਿਰਵੈਰ ਇੱਕ ਕਿਰਦਾਰ ਆ, ਜੋ ਅਸਲ ਸਾਡਾ ਕਿਰਦਾਰ ਹੋਣਾ ਚਾਹੀਦਾ ਹਨਾ। ਉਹਨਾਂ ਨੇ ਲਿਟਰਲੀ ਇਹ ਗੱਲਾਂ ਕਹੀਆਂ ਵੀ ਸਾਨੂੰ ਹੁਕਮ ਤਾਂ ਕਰਨ, ਅਸੀਂ ਤਾਂ ਦਿੱਲੀ ਜਿੱਤ ਲਾਂਗੇ ਹਨਾ। ਤੇ ਉਹ ਇਹ ਗੱਲਾਂ ਕਹਿੰਦੇ ਆ ਵੀ ਅਸੀਂ ਕਿਸੇ ਦੇ ਅਧੀਨ ਨਹੀਂ ਆ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਉਹਨਾਂ ਤੋਂ ਹੁਕਮ ਲੈ ਕੇ ਚੱਲਦੇ ਆ, ਤੇ ਉਸ ਹੁਕਮ ਦਾ ਹੀ ਅਸੀਂ ਪਾਲਣਾ ਕਰਦੇ ਆ ਹਨਾ। ਤੇ ਜੋ ਉਹਨਾਂ 'ਚ ਇੱਕ ਸੋਵਰਨਿਟੀ ਜਾਂ ਇੱਕ ਸੋਵਰਨ ਅੰਦਰ ਉਹਨਾਂ ਦੇ ਜੀਵਨ ਜਿਉਣ ਦੀ ਜਾਂਚ ਆ, ਉਹ ਬੜੀ ਬਾਕਮਾਲ ਆ ਤੇ ਮੈਨੂੰ ਪ੍ਰਭਾਵਿਤ ਕਰਦੀ ਆ ਉਹ। ਜੀ ਬਿਲਕੁਲ, ਤੁਸੀਂ ਵੀ ਆਏ ਹੋ, ਆਪਾਂ ਦੇਖ ਵੀ ਰਹੇ, ਆਲੇ ਦੁਆਲੇ ਵੀ ਦੇਖ ਲਓ, ਹਾਲੇ ਤੱਕ ਵੀ ਸਾਰੇ ਜਾਗ ਰਹੇ ਨੇ, ਕਿਸੇ ਨੂੰ ਕੋਈ ਇਹ ਨਹੀਂ ਕਿ ਫਿਕਰ ਵੀ ਨਹੀਂ ਸੌਣ ਦਾ ਕਿ ਸੌਣਾ ਵੀ ਹੈ ਹਨਾ। ਅੰਦੋਲਨ ਬੜਾ ਸਿਖਰਾਂ ਤੇ ਪਹੁੰਚ ਚੁੱਕਾ ਆ। ਕੀ ਲੱਗਦਾ ਕਿ ਹੁਣ ਕੇਂਦਰ ਥੋੜਾ ਜਿਹਾ ਝੁਕੀ ਜ਼ਰੂਰ ਹੈ? ਦੋ ਮੰਗਾਂ ਤਾਂ ਮੰਨੀ ਹੋਈ ਹੈ ਕਿ ਅਸੀਂ ਇਹ ਪ੍ਰਵਾਨ ਕਰਦੇ, ਪਰ ਉਹ ਜਾਇਜ਼ ਨਹੀਂ ਲੱਗਦੀਆਂ। ਪਰਾਲੀ ਔਰ ਬਿਜਲੀ ਦਾ ਮੁੱਦਾ ਸਾਡੇ ਲਈ ਕੋਈ ਇੰਨਾ ਉਹ ਮਾਇਨੇ ਨਹੀਂ ਹੈ ਜਿੰਨਾ ਸਾਨੂੰ 3 ਖੇਤੀ ਕਾਨੂੰਨਾਂ ਲਈ ਸਾਰੇ ਬੈਠੇ ਹੋਏ ਆ। ਨਹੀਂ ਮਾਇਨੇ ਤਾਂ ਹੈ, ਪਰ ਆਏ ਆ ਵੀ ਪੋਲੀਟੀਕਲ ਡਿਪਲੋਮੈਸੀ ਨੂੰ ਵੀ ਇਹ ਸਰਕਾਰ ਦੀ ਪੋਲੀਟੀਕਲ ਡਿਪਲੋਮੈਸੀ ਆ। ਉਹਨਾਂ ਨੇ ਅੱਛਾ ਇਹ ਮੰਗਾਂ ਵੀ ਅਸੀਂ ਮੰਨਦੇ ਆ, ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਏਜੰਡਾ ਦੇਖੋ ਕਿਵੇਂ ਉਹਨਾਂ ਨੇ ਪ੍ਰਮੋਟ ਕੀਤਾ ਟੀਵੀ ਚੈਨਲਸ ਦੇ ਥਰੂ। ਕਿਉਂ ਉਹ ਇਸ ਕਰਕੇ ਕਰ ਰਹੇ ਆ? ਉਹਨਾਂ ਨੇ ਇਹ ਪ੍ਰਮੋਸ਼ਨ ਪਲਾਨਡ ਸੀ ਵੀ ਅਸੀਂ ਲੋਕਾਂ ਨੂੰ ਵੱਡੇ ਤੌਰ ਤੇ ਆਪਦੇ ਵੱਲ ਕਰਾਂਗੇ ਵੀ ਦੇਖੋ ਸਰਕਾਰ ਤਾਂ ਕਿੰਨੀ ਦਿਆਲੂ ਹੋ ਰਹੀ ਆ, ਸਰਕਾਰ ਕਿੰਨੀਆਂ ਗੱਲਾਂ ਸਮਝ ਰਹੀ ਆ ਹਨਾ। ਸਰਕਾਰ ਤਾਂ ਹੁਣ ਕਿਸਾਨਾਂ ਨੂੰ ਲਿਟਰਲੀ 50% ਜਾਂ 60% ਮੰਗਾਂ ਹੀ ਦੇਤੀਆਂ ਉਹਨਾਂ ਦੀਆਂ, ਜਦੋਂ ਕਿ ਸਾਡੀਆਂ ਇਹ ਮੰਗਾਂ ਹੀ ਨਹੀਂ ਸੀ। ਅਸਲ ਗੱਲ ਤਾਂ ਸਾਡੀ ਜੋ ਨਵੇਂ ਖੇਤੀਬਾੜੀ ਕਾਨੂੰਨ ਆ ਉਹ ਆ ਨਾ, ਸਾਡੀ ਲੜਾਈ ਉਸੇ ਖਾਤਰ ਆਏ ਆ ਨਾ ਅਸੀਂ।
ਸੋ ਹੁਣ ਤੁਸੀਂ 4 ਤਰੀਕ ਨੂੰ ਵੀ ਰੁੱਖ ਦੇਖਿਓ, ਤੁਹਾਡੇ ਸਾਹਮਣੇ ਆ ਜਾਊਗਾ। 4 ਤਰੀਕ ਨੂੰ ਜਦੋਂ ਮੀਟਿੰਗ ਹੋਣੀ ਆ, ਉਸ ਗੱਲ ਤੇ ਆ ਕੇ ਉਹਨਾਂ ਨੇ ਫੇਰ ਉਹੀ ਗੱਲਾਂ ਕਹਿਣੀਆਂ। ਇਹ ਤਾਂ ਰਿਫਾਰਮਸ ਜ਼ਰੂਰੀ ਆ, ਇਹ ਤਾਂ ਕਿਸਾਨਾਂ ਦੇ ਭਲੇ ਖਾਤਰ ਆ। ਬਿਲਕੁਲ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਲਾਈਵ ਹੁੰਦੇ ਨੇ, ਇੱਕੋ ਉਹਨਾਂ ਦਾ ਰਾਗ ਆ ਇਹ ਜੋ ਹਿੰਦੀ ਚ ਬੋਲਦੇ ਨੇ ਕਿ ਇਹ ਕਾਨੂੰਨ फायदेमंद है, हम किसान भाइयों के लिए सोचते हैं। ਇੱਕੋ ਹੀ। ਫਿਰ ਉਸ ਤੋਂ ਬਾਅਦ ਤੋਮਰ ਲਾਈਵ ਹੁੰਦੇ ਨੇ, ਉਹ ਵੀ ਸੇਮ ਇਹੀ ਗੱਲ। ਇੱਕੋ ਰੱਟਾ ਇਹਨਾਂ ਦਾ ਰੱਟਿਆ ਰਟਾਇਆ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ, ਇੰਨੀ ਕੜਾਕੇ ਦੀ ਠੰਡ ਹੈ, ਸਾਡੇ ਕਿਸਾਨ ਬਜ਼ੁਰਗ ਬਾਬੇ ਸਭ ਬੈਠੇ ਹੋਏ ਨੇ, ਸਾਰੇ ਅਗਵਾਈ ਕਰ ਰਹੇ ਨੇ ਇਸ ਧਰਨੇ ਦੀ। ਇਹਨਾਂ ਨੂੰ ਕਦੋਂ ਸਮਝ ਆਏਗਾ? ਦੇਖੋ ਗੱਲ ਆਏ ਆ, ਇਹ ਇਹਨਾਂ ਦਾ ਪੋਲੀਟੀਕਲ ਏਜੰਡਾ ਐਂਡ ਇਹਨਾਂ ਦਾ ਇਕਨੋਮਿਕਲ ਏਜੰਡਾ ਵੀ ਆ। ਇਹ ਦੋ ਰਲੀਆਂ ਗੱਲਾਂ ਹੁਣ, ਹਨਾ। ਪੋਲੀਟੀਕਲ ਏਜੰਡਾ ਜਿਹੜਾ ਉਹ ਵੀ ਚਾਹੁੰਦਾ ਵੀ ਇਹ ਕਾਨੂੰਨ ਅਸੀਂ ਲਾਗੂ ਕਰੀਏ। ਇਕਨੋਮਿਕ ਏਜੰਡਾ ਵੀ ਚਾਹੁੰਦਾ, ਕਿਉਂਕਿ ਜਿਹੜੀਆਂ ਕਾਰਪੋਰੇਟ ਕੰਪਨੀਆਂ ਆ ਉਹ ਅੱਜ ਦੀ ਡੇਟ 'ਚ ਉਹਨਾਂ ਕੋਲੇ ਸਰਕਾਰ ਨਾਲੋਂ ਵੀ ਜ਼ਿਆਦਾ ਪੈਸਾ। ਸਰਕਾਰ ਲਿਟਰਲੀ ਇਜ਼ ਸਟਰਗਲਿੰਗ ਵਿਦ ਫੰਡਸ। ਸਾਨੂੰ ਪਤਾ ਸਾਡੀ GDP ਕਿੱਥੇ ਆ, ਹਨਾ।